ਰੋਜ਼ਾਨਾ ਲੋਕ ਨਾਲ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਗੱਲਬਾਤ ਕਰਾਂਗੇ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਦੀ, ਪੰਜਾਬ ਦੀ ਸਿਆਸਤ ਦੀ ਸਭ ਤੋਂ ਵੱਡੀ ਖਬਰ ਦੀ ਤੇ ਪੰਜਾਬ ਦੀ ਸਿਆਸਤ ਦੇ ਸਭ ਤੋਂ ਚਰਚਿਤ ਚਿਹਰੇ ਨਵਜੋਤ ਸਿੰਘ ਸਿੱਧੂ ਦੇ ਬਾਰੇ। ਨਵਜੋਤ ਸਿੰਘ ਸਿੱਧੂ ਨੇ ਅੱਜ ਮੁਲਾਕਾਤ ਕੀਤੀ ਹੈ ਹੁਣ ਤੋਂ ਥੋੜੀ ਦੇਰ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ। ਕੀ ਕੁਝ ਉਸ ਮੀਟਿੰਗ ਦੇ ਵਿੱਚ ਰਿਹਾ, ਕਿੰਨੀ ਦੇਰ ਉਹ ਮੀਟਿੰਗ ਚੱਲੀ ਹੈ ਤੇ ਖਾਸ ਕਰਕੇ ਮੀਟਿੰਗ ਤੋਂ ਬਾਹਰ ਆ ਕੇ ਨਵਜੋਤ ਸਿੰਘ ਸਿੱਧੂ ਨੇ ਕੀ ਕਿਹਾ, ਉਸ ਪੂਰੀ ਖਬਰ ਦੇ ਉੱਪਰ ਵਿਚਾਰ ਚਰਚਾ ਕਰਾਂਗੇ। ਤੇ ਵਿਚਾਰ ਚਰਚਾ ਲਈ ਮੇਰੇ ਨਾਲ ਮੌਜੂਦ ਨੇ ਪ੍ਰੋਫੈਸਰ PS ਭੋਗਲ ਸਾਹਿਬ। ਭੋਗਲ ਸਾਹਿਬ, ਸਵਾਗਤ ਹੈ ਰੋਜ਼ਾਨਾ ਲੋਕ ਨਾਲ ਟੀਵੀ ਤੇ। ਧੰਨਵਾਦ ਸੁਖਵਿੰਦਰ ਔਰ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਭੋਗਲ ਸਾਹਿਬ, ਚਰਚਾ ਬੜੇ ਦਿਨਾਂ ਤੋਂ ਚੱਲ ਰਹੀ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਵੱਡਾ ਅਹੁਦਾ ਦਿੱਤਾ ਜਾਵੇਗਾ। ਕੋਈ ਪ੍ਰਧਾਨਗੀ ਕਹਿੰਦਾ ਸੀ, ਕੋਈ ਕੈਬਨਿਟ ਮੰਤਰੀ ਦਾ ਅਹੁਦਾ ਕਹਿੰਦਾ ਸੀ, ਕੋਈ ਉਪ ਮੁੱਖ ਮੰਤਰੀ ਕਹਿੰਦਾ ਸੀ। ਤਾਂ ਉਹ ਸਭ ਦੇ ਵਿਚਕਾਰ ਇੱਕ ਵੱਡੀ ਖਬਰ ਆਈ, ਕਹਿੰਦੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨੂੰ ਲੰਚ ਤੇ ਬੁਲਾ ਲਿਆ। ਲੰਚ ਤੇ ਤਾਂ ਨਹੀਂ ਜਾ ਹੋਇਆ ਕਿਉਂਕਿ ਅੱਜ ਸਾਰੇ ਪੰਜਾਬ ਦੇ ਸਮੇਤ ਜਿਹੜੇ ਹੈਗੇ ਆ ਔਰ ਬਾਕੀ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਮੀਟਿੰਗ ਸੀ, ਤਾਂ ਉਹ ਲੰਚ ਦੀ ਬਜਾਏ ਫਿਰ ਟੀ ਮੀਟਿੰਗ ਜਿਹੜੀ ਹੋ ਗਈ। 4 ਵਜੇ ਉਹ ਮੀਟਿੰਗ ਚੱਲੀ। ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਦੇ ਸਿਸਮਾ ਮਹਿਲ ਪਹੁੰਚੇ। ਤੇ ਕੀ ਕੁਝ ਤੁਹਾਡੇ ਕੋਲੇ ਜਾਣਕਾਰੀ ਹੈ ਕਿ ਇਸ ਮੀਟਿੰਗ ਦੇ ਵਿੱਚ ਕੀ ਕੁਝ ਖਾਸ ਰਿਹਾ, ਕੀ ਕੁਝ ਗੱਲਬਾਤ ਹੋਈ ਤੇ ਹੁਣ ਅੱਗੇ ਸਾਹਮਣੇ ਨਿਕਲ ਕੇ ਕੀ ਆਵੇਗਾ? ਸੁਖਵਿੰਦਰ, ਮੈਨੂੰ ਯਾਦ ਆਉਂਦਾ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਕਾਲਜਾਂ ਦੇ ਵਿੱਚ ਤੇ ਇੱਕ ਪੱਤੇ ਤੋੜਦੇ ਹੁੰਦੀਆਂ ਸੀ ਕੁੜੀਆਂ ਮੁੰਡੇ, ਆਈ ਲਵ ਸ਼ੀ ਲਵਸ ਮੀ ਸ਼ੀ ਲਵਸ ਮੀ ਨੋਟ, ਕਿ ਤੁੱਕਾ, ਯਾਨੀ ਉਹੀ ਹਾਲ ਹੁਣ ਹੋ ਰਿਹਾ ਹੈ ਕਿ ਸਿੱਧੂ ਆਏਗਾ, ਸਿੱਧੂ ਨਹੀਂ ਆਏਗਾ, ਸਿੱਧੂ ਆਏਗਾ, ਸਿੱਧੂ ਨਹੀਂ ਆਏਗਾ। ਇਹ ਪੰਜਾਬ ਦੇ ਵਿੱਚ ਇੱਕ ਅਜੀਬ ਜਿਹੜਾ ਹੈ ਪੋਲੀਟੀਕਲ ਮਜ਼ਾਕ ਜਿਹੜਾ ਤੁਰ ਪਿਆ ਹੈਗਾ। ਖੈਰ, ਨਵਜੋਤ ਸਿੰਘ ਸਿੱਧੂ ਦੀ ਕਿਉਂਕਿ ਲੋਕਾਂ ਦੇ ਵਿੱਚ ਹਜੇ ਵੀ ਬਹੁਤ ਪੈਂਠ ਹੈਗੀ ਹੈ ਉਹਨਾਂ ਦੀ ਖਾਸ ਮਖਸੂਸ ਪਰਸਨੈਲਿਟੀ ਕਰਕੇ, ਉਹਨਾਂ ਦੇ ਬੋਲਣ ਦੇ ਅੰਦਾਜ਼ ਕਰਕੇ, ਤੋ ਇਸ ਕਰਕੇ ਲੋਕਾਂ ਨੂੰ ਕਾਫੀ ਦਿਲਚਸਪੀ ਹੁੰਦੀ ਹੈ। ਅੱਜ ਸਿੱਧੂ ਦੀ ਆਫਟਰਨੂਨ ਦੇ ਵਿੱਚ ਮੀਟਿੰਗ ਹੋਈ ਕੈਪਟਨ ਅਮਰਿੰਦਰ ਸਿੰਘ ਨਾਲ ਤਕਰੀਬਨ 50 ਮਿੰਟ ਵਾਸਤੇ। ਤੇ ਉਸ ਮੀਟਿੰਗ ਤੋਂ ਬਾਅਦ ਉਹਨਾਂ ਨੇ ਜੋ ਟਵੀਟ ਕੀਤਾ, ਆਪਣੇ ਸ਼ਾਇਰਾਨਾ ਅੰਦਾਜ਼ ਦੇ ਵਿੱਚ ਇੱਕ ਟਵੀਟ ਕੀਤਾ, ਉਹ ਬੜਾ ਗਾਰਡਡ ਹੈਗਾ। ਕੋਈ ਉਹਦੇ 'ਚ ਉਹਨਾਂ ਨੇ ਕੋਈ ਇੱਦਾਂ ਦੀ ਖੁੱਲ੍ਹ ਕੇ ਇੰਡੀਕੇਸ਼ਨ ਨਹੀਂ ਦਿੱਤੀ ਕਿ ਕੈਪਟਨ ਸਾਹਿਬ ਨੇ ਉਹਨਾਂ ਨੂੰ ਕੀ ਕਿਹਾ, ਕੋਈ ਯਕੀਨ ਦਹਾਨੀ ਕਰਾਈ, ਕੋਈ ਵਾਅਦਾ ਕੀਤਾ ਜਾਂ ਨਹੀਂ ਕੀਤਾ। ਕਾਫੀ ਉਹਨਾਂ ਨੇ ਗਾਰਡਡ ਜੀ ਸਟੇਟਮੈਂਟ ਦਿੱਤੀ ਔਰ ਇੱਕ ਫੋਟੋਗ੍ਰਾਫ ਜਿਹੜੀ ਹੈਗੀ ਆ ਉਹ ਉੱਥੇ ਪਾਈ ਜਿਹਦੇ 'ਚ ਉਹ ਕੈਪਟਨ ਸਾਹਿਬ ਦੇ ਨਜ਼ਦੀਕ ਖੜੇ ਆ, ਜੱਫੀ ਪਾਈ ਹੋਈ ਕਹਿ ਲਓ ਜਾਂ ਨਜ਼ਦੀਕ ਕਹਿ ਲਓ। ਭੋਗਲ ਸਾਹਿਬ, ਮਾਫ ਕਰਨਾ, ਮੈਂ ਤੁਹਾਨੂੰ ਰੋਕਣਾ ਚਾਹੁੰਦਾ। ਇੱਕ ਵਾਰੀ ਆਪਾਂ ਆਪਣੇ ਦਰਸ਼ਕਾਂ ਨੂੰ ਉਹ ਟਵੀਟ ਨਵਜੋਤ ਸਿੱਧੂ ਦਾ ਪੜ੍ਹ ਕੇ ਸੁਣਾ ਦਈਏ। ਹਾਂਜੀ, ਜ਼ਰੂਰ ਪੜ੍ਹ ਕੇ ਸੁਣਾਓ ਲੋਕਾਂ ਨੂੰ। ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੀਟਿੰਗ ਤੋਂ ਬਾਅਦ ਜਿਹੜਾ ਟਵੀਟ ਕੀਤਾ ਬਾਹਰ ਆ ਕੇ, ਉਹ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਲਿਖਦੇ ਨੇ, आजाद रहो विचारों से लेकिन बंधे रहो संस्कारों से ताकि आस और विश्वास रहे किरदारों पे। ਹੁਣ ਇਹਦਾ ਤੁਸੀਂ ਜਿਹੜੇ ਹੈਗੇ ਅੰਦਾਜ਼ਾ ਲਗਾ ਕੇ ਸਾਨੂੰ ਦੱਸ ਦਿਓ। ਮੈਂ ਆਪਣੀ ਡਿਸਕਸ਼ਨ ਨੂੰ ਮੋੜਦਾ ਜੋ ਅਸੀਂ ਪਿੱਛੇ ਕਹਿੰਦੇ ਰਹੇ ਹਾਂ ਕਿ ਦੋ ਗੱਲਾਂ ਹੈਗੀਆਂ। ਨੰਬਰ 1, ਸਿੱਧੂ ਦਾ ਪੰਜਾਬ ਕਾਂਗਰਸ 'ਚ ਕੋਈ ਧੜਾ ਨਹੀਂ। ਸਿੱਧੂ ਦੀ ਸਾਰੀ ਜਿਹੜੀ ਪੰਜਾਬ ਕਾਂਗਰਸ ਦੇ ਵਿੱਚ ਜਿਹੜੀ ਉਹਨਾਂ ਦੀ ਸਟੈਂਡਿੰਗ ਹੈ, ਉਹਨਾਂ ਦੀ ਐਗਜ਼ਿਸਟੈਂਸ, ਉਹਦਾ ਦਾਰੋਮਦਾਰ ਸੋਨੀਆ ਗਾਂਧੀ ਦਾ ਪਰਿਵਾਰ ਹੈ। ਮੈਂ ਇੱਥੋਂ ਤੱਕ ਵੀ ਕਹੂੰਗਾ ਕਿ ਈਵਨ ਕੇਂਦਰੀ ਕਾਂਗਰਸ ਵੀ ਉਹਨਾਂ ਦਾ ਕੋਈ ਧੜਾ ਨਹੀਂ ਹੈਗਾ। ਹੀ ਡਜ਼ਨਟ ਹੈਵ ਐਨੀ ਸਪੋਰਟਰਸ, ਇਟਸ ਓਨਲੀ ਦੀ ਸੋਨੀਆ ਗਾਂਧੀ ਫੈਮਿਲੀ, ਰਾਹੁਲ ਐਂਡ ਪ੍ਰਿਯੰਕਾ। ਦੂਸਰੀ ਗੱਲ ਇਹ ਹੈ ਕਿ ਪੰਜਾਬ 'ਚ ਜੋ ਪੋਲੀਟੀਕਲ ਸਿਨੈਰੀਓ ਡਿਵੈਲਪ ਹੋ ਰਿਹਾ, ਉਹਦੇ 'ਚ ਅਸੀਂ ਪਸੰਦ ਕਰੀਏ ਜਾਂ ਨਾ ਕਰੀਏ, ਕਾਂਗਰਸ ਨੂੰ ਇਲੈਕਟੋਰਲ ਐਜ ਜਿਹੜਾ ਹੈਗਾ ਦੂਸਰੀਆਂ ਪਾਰਟੀਆਂ ਤੋਂ ਕਾਫੀ ਸਪਸ਼ਟ ਨਜ਼ਰ ਆ ਰਿਹਾ ਜੋ ਇਸ ਵੇਲੇ ਪੰਜਾਬ 'ਚ ਹਾਲਾਤ ਹੈਗੇ ਆ। ਇਹਨਾਂ ਹਾਲਾਤਾਂ ਦੇ ਵਿੱਚ ਸਿੱਧੂ ਦੇ ਲਈ ਆਪਸ਼ਨਸ ਨਹੀਂ ਹੈਗੀਆਂ, ਬਹੁਤ ਸਾਰੇ ਰਸਤੇ ਬੰਦ ਹੈ। ਸਿੱਧੂ ਲਈ ਇਹ ਆਪਸ਼ਨ ਨਹੀਂ ਹੈ ਕਿ ਉਹ ਕਾਂਗਰਸ ਨੂੰ ਛੱਡ ਕੇ ਕਿਸੇ ਹੋਰ ਪਾਰਟੀ ਦੇ ਨੇਤਾ ਵਜੋਂ ਜਿਹੜੇ ਹੈ ਉਹ ਉੱਭਰ ਆਉਣ। ਪਿੱਛੇ ਜੋ ਉਹਨਾਂ ਨੂੰ ਪੇਸ਼ਕਸ਼ ਵੀ ਹੋਣ ਦੀ ਸੰਭਾਵਨਾ ਇੱਕ ਬਣੀ ਸੀਗੀ, ਲੇਕਿਨ ਮੇਰਾ ਨਹੀਂ ਖਿਆਲ ਕਿ ਸਿੱਧੂ ਉਸ ਤਰ੍ਹਾਂ ਦੀ ਪੇਸ਼ਕਸ਼ ਨੂੰ ਅਪਣਾਉਣਗੇ। ਜੋ ਇਸ ਵੇਲੇ ਰਾਜਨੀਤੀ ਦਾ ਗਣਿਤ ਦੱਸ ਰਿਹਾ ਹੈ ਕਿ ਕਿਸੇ ਵੀ ਨਾਨ ਕਾਂਗਰਸ ਪਾਰਟੀ ਦੇ ਪੱਲੇ ਪੰਜਾਬ 'ਚ ਕੁਛ ਨਹੀਂ ਹੈਗਾ, ਨਾ ਅਕਾਲੀ ਦਲ ਦੇ, ਨਾ ਆਮ ਆਦਮੀ ਪਾਰਟੀ ਦੇ, ਬੀਜੇਪੀ ਦਾ ਖੈਰ ਕਿਸੇ ਖਾਤੇ 'ਚ ਹੀ ਨਹੀਂ ਹੈਗੀ। ਤੋ ਇਹਨਾਂ ਹਾਲਾਤਾਂ ਦੇ ਵਿੱਚ ਸਿੱਧੂ ਨੂੰ ਸਮਝੌਤਾ ਹੀ ਕਰਨਾ ਪਏਗਾ ਕਾਂਗਰਸ ਦੇ ਵਿੱਚ ਰੀਹੈਬਿਲਿਟੇਟ ਹੋਣ ਲਈ। ਜੋ ਕੁਛ ਉਹਨਾਂ ਨੂੰ ਕਿਹਾ ਗਿਆ, ਹਰੀਸ਼ ਰਾਵਤ ਜਿਹੜੇ ਹੈ ਉਹ ਬੜੀ ਹੀ ਪੈਨੀ ਔਰ ਬੜੇ ਡਿਪਲੋਮੈਟਿਕ ਤਰੀਕੇ ਦੇ ਨਾਲ ਪਿਛਲੇ ਕਈ ਮਹੀਨਿਆਂ ਤੋਂ ਕੋਸ਼ਿਸ਼ ਕਰ ਰਹੇ ਹੈ ਸਿੱਧੂ ਨੂੰ ਕਾਂਗਰਸ, ਪੰਜਾਬ ਕਾਂਗਰਸ ਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਦੁਬਾਰਾ ਲਿਆਉਣ ਵਿੱਚ ਐਕਟਿਵ ਰੋਲ ਦੇ ਵਿੱਚ। ਬਾਰ-ਬਾਰ ਉਹ ਆਉਂਦੇ ਹੈ। ਕੈਪਟਨ ਅਮਰਿੰਦਰ ਸਿੰਘ ਨਾਲ ਪਹਿਲਾਂ ਵੀ ਮੀਟਿੰਗ ਹੋਈ,
ਫਿਰ ਕੈਪਟਨ ਅਮਰਿੰਦਰ ਸਿੰਘ ਨੇ ਫਿਰ ਕੋਈ ਜਿਹੜਾ ਹੈ ਪੰਜਾਬੀ 'ਚ ਕਹਿੰਦੇ ਸਿੱਧੂ ਨੂੰ ਘਾਹ ਨਹੀਂ ਪਾਇਆ। ਅਸੈਂਬਲੀ ਦਾ ਸੈਸ਼ਨ ਹੋਇਆ, ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਕੋਈ ਕਲਾਮ ਵੀ ਨਹੀਂ ਕੀਤਾ, ਬਹੁਤ ਜ਼ਿਆਦਾ ਪਰੇ ਪਰੇ ਰਹੇ। ਫਿਰ ਹਰੀਸ਼ ਰਾਵਤ ਆਏ ਤੇ ਫਿਰ ਕੱਲ੍ਹ ਤੋਂ ਖਬਰ ਆਉਣ ਲੱਗੀ ਕਿ ਸਿੱਧੂ ਦੀ ਕੈਪਟਨ ਨਾਲ ਇੱਕ ਮੀਟਿੰਗ ਤੈਅ ਹੈ। ਨਾਲ ਹੀ ਅਖਬਾਰਾਂ 'ਚ ਕਿਆਸਰਾਈਆਂ ਸ਼ੁਰੂ ਹੋ ਗਈਆਂ ਕਿ ਅੱਜ ਇੱਕ ਅੰਗਰੇਜ਼ੀ ਦੀ ਅਖਬਾਰ 'ਚ ਲਿਖਿਆ ਹੋਇਆ ਕਿ ਸਿੱਧੂ ਨੂੰ ਜਿਹੜਾ ਹੈ ਉਪ ਮੁੱਖ ਮੰਤਰੀ ਬਣਾਇਆ ਜਾਊਗਾ। ਇੱਕ ਅਖਬਾਰ 'ਚ ਲਿਖਿਆ ਗਿਆ ਕਿ ਉਹਨਾਂ ਨੂੰ ਉਹਨਾਂ ਦਾ ਪਹਿਲੇ ਵਾਲਾ ਵਿਭਾਗ ਹੀ ਜਿਹੜਾ ਹੈਗਾ ਲੋਕਲ ਬਾਡੀਜ਼, ਸਥਾਨਕ ਸਰਕਾਰਾਂ ਦਾ ਵਿਭਾਗ ਜਿਹੜਾ ਹੈ ਦਿੱਤਾ ਜਾਏਗਾ। ਸੋ ਜਿੱਦਾਂ ਹੀ ਸਿੱਧੂ ਦਾ ਕੋਈ ਮਾੜਾ ਜਿਹਾ ਨਾਮ ਵੀ ਆਉਂਦਾ ਹੈ ਤਾਂ ਪੂਰਾ ਜਿਹੜਾ ਹੈ ਬਾਜ਼ਾਰ ਗਰਮ ਹੋ ਜਾਂਦਾ ਹੈ ਕਿਆਸਰਾਈਆਂ ਨਾਲ ਕਿ ਸਿੱਧੂ ਨੂੰ ਕੀ ਮਿਲੇਗਾ, ਕੀ ਹੋਏਗਾ, ਸਿੱਧੂ ਕੀ ਕਰਨਗੇ ਐਂਡ ਸੋ ਔਨ ਐਂਡ ਸੋ ਫੋਰਥ। ਸੋ ਕੁੱਲ ਮਿਲਾ ਕੇ ਸਥਿਤੀ ਹੁਣ ਇਹ ਨਜ਼ਰ ਆ ਰਹੀ ਹੈ ਕਿ ਸਿੱਧੂ ਹੋ ਸਕਦਾ ਹੈ ਉਹਨਾਂ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਵੀ ਮਿਲੇ ਜਾਂ ਨਾ ਮਿਲੇ, ਮੈਨੂੰ ਨਹੀਂ ਲੱਗਦਾ ਮਿਲੇਗਾ। ਉਹਨਾਂ ਨੂੰ ਲੋਕਲ ਸੈਲਫ ਗਵਰਨਮੈਂਟ ਦੇ ਮਿਨਿਸਟਰ, ਕੈਬਨਿਟ ਮਿਨਿਸਟਰ ਜਿੱਥੋਂ ਉਹਨਾਂ ਨੇ ਅਸਤੀਫਾ ਦਿੱਤਾ ਸੀਗਾ 2019 ਦੇ ਵਿੱਚ, ਉਸੇ ਹੀ ਮਿਨਿਸਟਰੀ ਤੱਕ ਮੈਨੂੰ ਲੱਗਦਾ ਕੈਪਟਨ ਅਮਰਿੰਦਰ ਸਿੰਘ ਸਹਿਮਤ ਹੋਏ ਨੇ ਕਿ ਠੀਕ ਹੈ ਜਿਸ ਮਿਨਿਸਟਰੀ ਤੋਂ ਛੱਡ ਕੇ ਗਏ ਸੀ ਉੱਥੇ ਹੀ ਆ ਜਾਣ। ਤੋ ਇਸ ਤਰ੍ਹਾਂ ਦੀ ਜਿਹੜੀ ਸੰਭਾਵਨਾ ਲੱਗਦੀ, ਕਿਉਂਕਿ ਸਿੱਧੂ ਨੇ ਜਿਹੜਾ ਟਵੀਟ ਕੀਤਾ ਉਹਦੇ 'ਚ ਉਹਨਾਂ ਨੇ ਕਿਸੇ ਕਿਸਮ ਦੀ ਕੋਈ ਜਿਹੜੀ ਆਪਟਿਮਿਜ਼ਮ, ਕੋਈ ਵੀ ਜਿਹੜਾ ਹੈ ਇਸ ਤਰ੍ਹਾਂ ਦਾ ਹਿੰਟ ਨਹੀਂ ਦਿੱਤਾ ਕਿ ਉਹਨਾਂ ਨੂੰ ਕੋਈ ਵੱਡੀ ਗੱਲ ਕੋਈ ਹੋ ਰਹੀ ਹੈ ਜਾਂ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕੁਛ ਕਿਹਾ ਜਾਂ ਨਹੀਂ ਕਿਹਾ। ਹੋ ਸਕਦਾ ਕਿਹਾ ਵੀ ਹੋਵੇ ਤੇ ਸਿੱਧੂ ਵਨਸ ਬਿਟਨ ਐਂਡ ਟਵਾਈਸ ਚਾਹੀ ਕਿ ਕਹਿੰਦੇ दूध का जला हुआ ਲੱਸੀ ਨੂੰ ਫੂਕਾ ਮਾਰ ਮਾਰ ਕੇ ਪੀਂਦਾ। ਤੇ ਹੋ ਸਕਦਾ ਇਸ ਵਾਰੀ ਸਿੱਧੂ ਨੇ ਚੁੱਪ ਧਾਰੀ ਹੋਵੇ ਕਿ ਹੋ ਹੀ ਲੈਣ ਦਿਓ ਯਾਰ, ਫੇਰ ਹੀ ਬੋਲਾਂਗੇ। ਹਰ ਵਾਰੀ ਮੈਂ ਕੁਛ ਨਾ ਕੁਛ ਬੋਲਦਾ ਫਿਰ ਰਿਐਕਟ ਕਰਨਾ, ਫਿਰ ਹੁੰਦਾ ਕੁਛ ਨਹੀਂ। ਅੱਜ ਨਵਜੋਤ ਕੌਰ ਸਿੱਧੂ ਨੂੰ ਵੀ ਇੱਕ ਜਿਹੜਾ ਅਹੁਦਾ ਦਿੱਤਾ ਗਿਆ, ਜਾਟ ਮਹਾਸਭਾ ਦੇ ਵੱਲੋਂ ਉਹਨਾਂ ਨੂੰ ਪ੍ਰਧਾਨ ਬਣਾਇਆ ਗਿਆ। ਉਸ ਤੋਂ ਬਾਅਦ ਜਦੋਂ ਉਹ ਪੱਤਰਕਾਰਾਂ ਦੇ ਅੱਗੇ ਰੂਬਰੂ ਹੋਏ ਤਾਂ ਇਹੀ ਸਵਾਲ ਜਿਹੜਾ ਨਵਜੋਤ ਕੌਰ ਸਿੱਧੂ ਨੂੰ ਪੁੱਛਿਆ ਗਿਆ। ਕਹਿੰਦੇ ਕਿ ਕੈਪਟਨ ਅਮਰਿੰਦਰ ਸਿੰਘ ਲੱਗਦਾ ਹੈ ਕਿ ਰਾਜੀ ਹੋ ਗਏ ਨੇ ਨਵਜੋਤ ਸਿੰਘ ਸਿੱਧੂ ਨੂੰ ਪਹਿਲਾਂ ਵਾਲਾ ਮੰਤਰਾਲਿਆ ਦੇਣ ਦੇ ਲਈ। ਤਾਂ ਉਹਨਾਂ ਨੇ ਸਾਫ਼ ਤੌਰ ਤੇ ਇਹ ਗੱਲ ਕਹੀ, ਕਹਿੰਦੇ ਕਿ ਹੁਣ ਉਹਦਾ ਕੀ ਫਾਇਦਾ। ਉਹ ਕਹਿੰਦੇ ਜੇਕਰ ਹੁਣ ਤਾਂ ਉਹ ਸਥਿਤੀ ਆ ਚੁੱਕੀ ਹੈ ਕਿ ਹੁਣ ਸਿਰਫ ਲੋਕਾਂ ਨੂੰ ਜਵਾਬ ਦੇਣ ਵਾਲੀ ਦਾ ਸਮਾਂ ਆ ਗਿਆ ਕਿ ਅਸੀਂ ਕੀਤਾ ਕੀ ਆ। ਹੁਣ ਪਰਫਾਰਮੈਂਸ ਕਰਨ ਦਾ ਸਮਾਂ ਨਹੀਂ ਰਹਿ ਗਿਆ ਵੀ ਜੇ ਉਹਨਾਂ ਨੂੰ, ਉਹਨਾਂ ਦੇ ਕਹਿਣ ਦਾ ਭਾਵ ਸੀਗਾ ਵੀ ਜੇ ਉਹਨਾਂ ਨੂੰ ਮੰਤਰਾਲਾ ਦੇ ਵੀ ਦਿੱਤਾ ਜਾਂਦਾ ਤਾਂ ਹੁਣ 1 ਸਾਲ ਦੇ ਵਿੱਚ ਨਵਜੋਤ ਸਿੱਧੂ ਕਰ ਵੀ ਕੀ ਪਾਉਣਗੇ। ਤਾਂ ਹੁਣ ਤਾਂ ਲੋਕਾਂ ਨੂੰ ਕਹਿੰਦੇ ਜਵਾਬ ਦੇਣ ਦਾ ਵੇਲਾ ਆ ਗਿਆ, ਹੁਣ ਪਰਫਾਰਮੈਂਸ ਕਰਨ ਦਾ ਵੇਲਾ ਨਹੀਂ ਹੈ। ਸੁਖਵਿੰਦਰ, ਸਿਧਾਂਤਿਕ ਤੌਰ ਤੇ ਨਵਜੋਤ ਕੌਰ ਸਿੱਧੂ ਨੇ ਜੋ ਗੱਲ ਕਹੀ ਉਹ ਠੀਕ ਹੈ, ਪਰ ਸਵਾਲ ਇਹ ਹੈ ਕਿ ਨਵਜੋਤ ਕੌਰ ਸਿੱਧੂ ਦੇ ਸਿਧਾਂਤ ਕਦੋਂ ਕਿੱਥੇ ਚਲੇ ਜਾਂਦੇ ਆ ਜਦੋਂ ਆਪ ਇਹੋ ਜਿਹੀਆਂ ਉਹ ਪੋਲੀਟੀਕਲ ਬਿਆਨ ਕਰਦੀ ਹੈ। ਜਾਟ ਮਹਾਸਭਾ ਦੇ ਵਿੱਚ ਉਹਨਾਂ ਦਾ ਸ਼ਾਮਲ ਹੋਣਾ ਜਾਂ ਉਹਦੇ ਇਸਤਰੀ ਵਿੰਗ ਦਾ ਕੋਈ ਪ੍ਰਧਾਨਗੀ ਬਣਨੀ, ਇਹ ਮੈਨੂੰ ਨਹੀਂ ਨਜ਼ਰ ਆਉਂਦਾ ਕਿ ਇਹ ਕੀ ਉਹਦੇ ਚੋਂ ਕੱਢਣਾ ਪਾਉਣਾ ਚਾਹੁੰਦੇ ਹੈ। ਆਲਰੇਡੀ ਇਹ ਇੱਕ ਪ੍ਰੈਸ਼ਰ ਗਰੁੱਪ ਐਗਜ਼ਿਸਟ ਕਰਦਾ ਹੈ ਜਿਹਦੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਹੈਗੇ ਉਹ ਸਰਬਰਾਹ ਹੈਗੇ ਹੈ, ਤੇ ਉਹਦੇ ਵਿੱਚ ਇਹ ਸ਼ਾਮਿਲ ਹੋਏ ਹੈ। ਸੋ ਕੁਛ ਵੀ ਉਹਨਾਂ ਨੇ ਬੋਲ ਦਿੱਤਾ ਠੀਕ ਹੈ। ਮੈਨੂੰ ਜਿੱਥੋਂ ਤੱਕ ਪਤਾ ਹੈ ਕਿ ਬਹੁਤ ਜ਼ਿਆਦਾ ਜਿਹੜੀ ਹੈ ਉਹਨਾਂ ਦੀ ਆਪਸੀ ਸਹਿਮਤੀ ਵੀ ਨਹੀਂ ਹੈਗੀ ਦੋਨਾਂ ਹਸਬੈਂਡ ਐਂਡ ਵਾਈਫ ਦੇ ਵਿੱਚ ਕਈ ਗੱਲਾਂ ਦੇ ਉੱਤੇ। ਤੋ ਉਹਨਾਂ ਨੇ ਕਹਿ ਦਿੱਤਾ, ਮੈਨੂੰ ਨਹੀਂ ਉਸ ਦੇ ਵਿੱਚ ਕੋਈ ਦਮ ਲੱਗਦਾ। ਜੇ ਨਹੀਂ ਫਾਇਦਾ ਤੇ ਨਵਜੋਤ ਸਿੰਘ ਸਿੱਧੂ ਨੂੰ ਸਪਸ਼ਟ ਕਹਿ ਦੇਣਾ ਚਾਹੀਦਾ ਹੈ। ਕਹਿੰਦੇ ਕਿ ਜਿਹੜੀ ਮੇਰੀ ਘਰ ਵਾਲੀ ਗੱਲ ਕਹਿੰਦੀ ਹੈ ਉਹ ਸਹੀ ਹੋ ਕਹਿੰਦੀ ਹੈ ਹਮੇਸ਼ਾ। ਚਲੋ ਜੋ ਕਹਿੰਦੀ ਹੈ ਸਹੀ, ਤੇ ਫਿਰ ਨਵਜੋਤ ਸਿੰਘ ਸਿੱਧੂ ਕਹਿ ਦੇਣ ਕਿ ਮੈਂ ਕੋਈ ਅਹੁਦਾ ਨਹੀਂ ਲੈਣਾ ਭਾਈ, ਮੈਂ ਠੀਕ ਹੈ ਐਜ਼ MLA ਹੀ ਕੰਮ ਕਰੂੰਗਾ, ਪਾਰਟੀ ਲਈ ਕੰਮ ਕਰੂੰਗਾ, ਗੱਲ ਖਤਮ ਕਰ ਦਿਓ। ਫਿਰ ਇਹ ਜਿਹੜੀ ਟਵੀਟਸ ਕਰਨ ਦੀ, ਚਾਹ ਪੀਣ ਦੀ, ਲੰਚ ਕਰਨ ਦੀ ਤੇ ਜੋ ਕਿਆਸਰਾਈਆਂ ਲੱਗਦੀਆਂ ਕਿ ਉਪ ਪ੍ਰਧਾਨ ਮੰਤਰੀ, ਉਪ ਮੁੱਖ ਮੰਤਰੀ ਬਣਨਗੇ, ਪ੍ਰਧਾਨ ਬਣਨਗੇ ਜਾਂ ਮੰਤਰੀ ਹੋਣਗੇ, ਫਿਰ ਉਹਨਾਂ ਦਾ ਕੀ ਫਾਇਦਾ ਹੈਗਾ ਨਾ। ਸੋ ਜਾਂ ਤਾਂ ਫਿਰ ਸਿੱਧੂ ਹੀ ਜਿਹੜਾ ਹੈ ਬਿਲਕੁਲ ਇੱਕ ਇਸ ਸਾਰੀ ਅਫਵਾਹ ਦੇ ਬਾਜ਼ਾਰ ਨੂੰ ਜਿਹੜਾ ਹੈ ਉਹਨੂੰ ਠੰਡ ਪਾ ਦੇਣੇ ਕਹਿ ਕੇ ਕਿ ਹੁਣ ਕੋਈ ਮਤਲਬ ਨਹੀਂ ਹੈ ਮਿਨਿਸਟਰੀ ਦੇ ਵਿੱਚ ਸ਼ਾਮਿਲ ਹੋਣ ਦਾ, ਜਿਸ ਤਰ੍ਹਾਂ ਨਵਜੋਤ ਕੌਰ ਸਿੱਧੂ ਨੂੰ ਮੈਂ ਪਹਿਲਾਂ ਕਿਹਾ ਸਿਧਾਂਤਿਕ ਤੌਰ ਤੇ ਉਸਨੇ ਬਿਲਕੁਲ ਸਹੀ ਗੱਲ ਕਹੀ। ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਸ ਤਰ੍ਹਾਂ ਮਿਲਣ ਦਾ ਕੋਈ ਮਤਲਬ ਨਹੀਂ ਬਣਦਾ ਸੀ। ਉਦਾਂ ਕਹਿ ਦਿੰਦੇ ਠੀਕ ਹੈ ਮੈਂ ਪਾਰਟੀ ਦੇ ਨਾਲ ਹੈਗਾ, ਮੈਨੂੰ ਮਿਨਿਸਟਰ ਕੋਈ ਅਹੁਦਾ ਨਹੀਂ ਚਾਹੀਦਾ, ਮੈਂ ਪਾਰਟੀ ਲਈ ਕੰਮ ਕਰੂੰਗਾ, ਪੰਜਾਬ ਦੇ ਵਿੱਚ ਵੀ ਕੰਮ ਕਰੂੰਗਾ, ਪੰਜਾਬ ਤੋਂ ਬਾਹਰ ਵੀ ਕੰਮ ਕਰੂੰ, ਸਾਰਾ ਝਗੜਾ ਹੀ ਖਤਮ ਹੋ ਜਾਂਦਾ। ਕੈਪਟਨ ਦਾ ਮੂੰਹ ਵੀ ਬੰਦ ਹੋ ਜਾਂਦਾ। ਬਲਕਿ ਕੈਪਟਨ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਦੀ ਬਾਲ ਵੁੱਡ ਹੈਵ ਬੀਨ ਇਨ ਕੈਪਟਨਸ ਕੋਰਟ, ਕਿ ਦੇਖੋ ਨਵਜੋਤ ਸਿੰਘ ਸਿੱਧੂ ਤਾਂ ਕਹਿ ਹੀ ਨਹੀਂ ਰਿਹਾ, ਉਹ ਤਾਂ ਮੰਗ ਹੀ ਨਹੀਂ ਰਿਹਾ ਕੁਛ ਰਿਹਾ, ਕੈਪਟਨ ਹੀ ਨਹੀਂ ਜਾਣ ਬੁੱਝ ਕੇ ਉਹਨੂੰ ਕੁਛ ਦੇਣਾ ਚਾਹੁੰਦਾ। ਕੈਪਟਨ ਉਸ ਦਾ ਫਾਇਦਾ ਉਠਾਉਣਾ ਚਾਹੀਦਾ ਸੀ ਇਹ ਸਟੇਟਮੈਂਟ ਦੇ ਕੇ ਨਵਜੋਤ ਸਿੰਘ ਸਿੱਧੂ ਨੂੰ, ਜੇ ਨਵਜੋਤ ਕੌਰ ਸਿੱਧੂ ਠੀਕ ਕਹਿੰਦੀ ਹੈ। ਪਰ ਮੈਨੂੰ ਨਹੀਂ ਲੱਗਦਾ ਕਿ ਉੱਥੇ ਕੋਈ ਬਹੁਤ ਕੁਛ ਹੈਗਾ ਜੋ ਉਹਨਾਂ ਨੇ ਕਿਹਾ। ਤੁਹਾਨੂੰ ਕੀ ਲੱਗਿਆ ਕਿ ਇਸ ਮੀਟਿੰਗ ਦਾ ਕੀ ਸਿੱਟਾ ਨਿਕਲਿਆ? ਜੇ ਮੀਟਿੰਗ ਦਾ ਸਿੱਟਾ ਨਿਕਲਿਆ ਤਾਂ ਕਦੋਂ ਤੱਕ ਐਲਾਨ ਹੋ ਸਕਦਾ? ਜੇ ਇਹ ਮੀਟਿੰਗ ਦਾ ਸਿੱਟਾ ਨਹੀਂ ਨਿਕਲਿਆ ਕਿ ਇਹ ਆਖਰੀ ਮੁਲਾਕਾਤ ਹੋਵੇਗੀ ਕੈਪਟਨ ਅਮਰਿੰਦਰ ਸਿੰਘ ਦੀ ਤੇ ਨਵਜੋਤ ਸਿੰਘ ਸਿੱਧੂ ਦੀ? ਦੇਖੋ ਆਖਰੀ ਮੁਲਾਕਾਤ ਤਾਂ ਕਹੀਏ ਜੇ ਨਵਜੋਤ ਸਿੰਘ ਸਿੱਧੂ ਬਸ ਬਹੁਤ ਸਪਸ਼ਟ ਹੈ ਕਿ ਮੈਂ ਕੋਈ ਅਹੁਦਾ ਨਹੀਂ ਲੈਣਾ, ਫਿਰ ਤਾਂ ਅਸੀਂ ਇਹਨੂੰ ਆਖਰੀ ਕਵਾਂਗੇ। ਨਾ ਉਹ ਕਹਿੰਦੇ ਆ ਕਿ ਮੈਂ ਕੁਛ ਨਹੀਂ ਲੈਣਾ, ਫਿਰ ਉਹ ਨਾਰਾਜ਼ਗੀ ਵੀ ਰੱਖਦੇ ਆ। ਜੇ ਉਹਨਾਂ ਦੀ ਇਹ ਨਾਰਾਜ਼ਗੀ ਹੁੰਦੀ ਤਾਂ ਅਸੈਂਬਲੀ ਦੇ ਵਿੱਚ ਜਦੋਂ ਉਹ ਸਾਰਾ ਹਰ ਦਿਨ ਅਸੈਂਬਲੀ ਦੇ ਇਜਲਾਸ 'ਚ ਆਉਂਦੇ ਰਹੇ ਹੈ, ਲੇਕਿਨ ਕੈਪਟਨ ਅਮਰਿੰਦਰ ਸਿੰਘ ਨਾਲ ਉਹਨਾਂ ਨੇ ਕੋਈ ਜਿਹੜੀ ਹੈ ਬਹੁਤ ਜ਼ਿਆਦਾ ਨੇੜਤਾ ਨਹੀਂ ਦਿਖਾਈ। ਫਿਰ ਉਹਨਾਂ ਨੂੰ ਨੋਰਮਲੀ ਆਪਣੇ ਆਪ ਨੂੰ ਕੰਡਕਟ ਕਰਨਾ ਚਾਹੀਦਾ ਸੀ। ਇਹਦਾ ਮਤਲਬ ਕੋਈ ਝਾਕ ਵੀ ਹੈਗੀ ਹੈ, ਪੋਲੀਟੀਕਲ ਐਸਪੀਰੇਸ਼ਨ ਵੀ ਹੈਗੀ ਹੈ, ਉਹ ਚਾਹੁੰਦੇ ਵੀ ਹੈ ਵੀ ਕੁਛ ਮਿਲੇ,
ਔਰ ਸਟੇਟਮੈਂਟ ਵੀ ਬਹੁਤ ਗਾਰਡਡ ਦੇਣੀ ਚਾਹੁੰਦੇ ਹੈ। ਤੋ ਬੜਾ ਹੀ ਜਿਹੜਾ ਹੈ ਇੱਕ ਪੈਰਾਡੌਕਸੀਕਲ ਸਿਚੁਏਸ਼ਨ ਹੈ, ਜਿਹਨੂੰ ਅਸੀਂ ਕਹਿੰਦੇ ਆ ਵਿਰੋਧਾਤਮਕ ਜੀ ਸਥਿਤੀ ਬਣੀ ਹੋਈ ਹੈ ਕਿ ਮੈਂ ਤੁਹਾਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਸਿਰਫ ਔਰ ਸਿਰਫ ਜਿਹੜਾ ਪਹਿਲਾਂ ਵਾਲਾ ਮਹਿਕਮਾ ਛੱਡ ਕੇ ਗਏ ਸੀ, ਜੇਕਰ ਕੈਪਟਨ ਅਮਰਿੰਦਰ ਸਿੰਘ ਉਹਨੂੰ ਪਹਿਲਾਂ ਵਾਲਾ ਮਹਿਕਮਾ ਦੇ ਦਿੰਦੇ ਆ, ਕੀ ਲੱਗਦਾ ਸਿਰਫ ਪਹਿਲਾਂ ਵਾਲੇ ਮਹਿਕਮੇ ਦੇ ਨਵਜੋਤ ਸਿੰਘ ਸਿੱਧੂ ਮੰਨ ਜਾਣਗੇ? ਜੋ ਹੁੰਦੇ ਹਾਲਾਤ ਆ ਉਹਦੇ ਹਿਸਾਬ ਨਾਲ ਤਾਂ ਮੈਨੂੰ ਮੰਨਦੇ ਲੱਗਦੇ, ਕਿਉਂਕਿ ਸਿੱਧੂ ਕੋਲ ਜੇ ਉਹਨਾਂ ਨੇ ਕੋਈ ਮਹਿਕਮਾ ਲੈਣਾ ਤੇ ਉਹਨਾਂ ਨੂੰ ਉਹ ਮਹਿਕਮਾ ਦੇਣ 'ਚ ਕੈਪਟਨ ਅਮਰਿੰਦਰ ਸਿੰਘ ਜਿਹੜਾ ਹੈ ਮੰਨ ਗਿਆ, ਕਿਉਂਕਿ ਬਹੁਤ ਸਮਾਂ ਪਹਿਲਾਂ ਨਵਜੋਤ ਨੇ ਕਿਹਾ ਸੀ ਕਿ ਮੈਂ ਇਸੇ ਹੀ ਮਿਨਿਸਟਰੀ 'ਚ ਰਹੂੰਗਾ। ਜਦੋਂ ਉਹਨਾਂ ਨੇ ਅਸਤੀਫਾ ਦਿੱਤਾ ਸੀ ਤਾਂ ਦੂਸਰੀ ਮਿਨਿਸਟਰੀ ਨਹੀਂ ਸੀ ਜੁਆਇਨ ਕੀਤੀ, ਉਹਨਾਂ ਨੇ ਵਾਟਰ ਐਂਡ ਪਾਵਰ ਮਿਨਿਸਟਰੀ। ਬਾਅਦ ਦੇ ਵਿੱਚ ਵੀ ਕਿਹਾ ਸੀ ਕਿ ਮੈਂ ਆਊਂਗਾ ਤਾਂ ਉਸੇ ਤੇ ਆਊਂਗਾ, ਲੇਕਿਨ ਹੁਣ ਇੰਨੀ ਦੇਰ ਬਾਅਦ ਜਿਹੜਾ ਹੈ ਜਦੋਂ ਸਾਰੀ ਸਥਿਤੀ ਬਦਲ ਚੁੱਕੀ ਹੈ, ਕੈਪਟਨ ਅਮਰਿੰਦਰ ਸਿੰਘ ਨੇ ਉਹੀ ਉਹਨਾਂ ਦੇ ਸਾਹਮਣੇ ਕੱਢ ਮਾਰਿਆ ਕਿ ਠੀਕ ਹੈ ਤੁਸੀਂ ਵਾਪਸ ਉਸੇ ਅਹੁਦੇ ਤੇ ਆ ਜਾਓ। ਇਹ ਉਹੀ ਕੈਪਟਨ ਅਮਰਿੰਦਰ ਸਿੰਘ ਆ ਜਿਹੜਾ ਉਸ ਵੇਲੇ ਕਹਿੰਦਾ ਸੀ ਕਿ ਬਤੌਰ ਮਿਨਿਸਟਰ ਲੋਕਲ ਬਾਡੀ ਸਿੱਧੂ ਫੇਲ ਰਿਹਾ ਹੈ। 2019 ਦੀਆਂ ਜਿਹੜੀਆਂ ਇਲੈਕਸ਼ਨਸ ਹੋਈਆਂ ਕਾਂਗਰਸ ਦੀ ਬੜੀ ਖਰਾਬ ਰਹੀ ਹੈ, ਇਨਕੰਪੀਟੈਂਟ ਹੈ, ਸਾਰਾ ਕੁਝ ਕਹਿੰਦਾ ਹੈ। ਉਹਨਾਂ ਨੇ ਇਹ ਵੀ ਗੱਲ ਕਹਿਤੀ ਸੀ ਜੇ ਹੋਰ ਮਹਿਕਮੇ ਦੇ ਵਿੱਚ ਆਉਣਾ ਸਿੱਧੂ ਨੇ ਤਾਂ ਆ ਜਾਣ, ਪਹਿਲਾਂ ਵਾਲਾ ਮਹਿਕਮਾ ਨਹੀਂ ਮਿਲੂਗਾ। ਹਾਂ, ਇਹ ਕਹਿੰਦਾ ਰਿਹਾ ਕੈਪਟਨ ਅਮਰਿੰਦਰ ਸਿੰਘ। ਸੋ ਹੁਣ ਜੇ ਕੈਪਟਨ ਅਮਰਿੰਦਰ ਸਿੰਘ ਉਹ ਮਹਿਕਮਾ ਦੇਣ ਨੂੰ ਤਿਆਰ ਹੈ ਤੇ ਸਿੱਧੂ ਲੈਣ ਨੂੰ ਤਿਆਰ ਹੈ ਤੇ ਐਗਜ਼ੈਕਟਲੀ ਫਿਰ ਦਿਸ ਇਜ਼ ਏ ਕ੍ਰਾਸ ਕੰਪਰੋਮਾਈਜ਼। ਇਹ ਸਿੱਧੇ ਲਫ਼ਜ਼ਾਂ 'ਚ ਇੱਕ ਸਮਝੌਤਾ ਹੋਏਗਾ ਕਿ ਸਿੱਧੂ ਜਿਹੜਾ ਹੈ ਸਮਝੌਤਾ ਕਰ ਰਿਹਾ ਕਾਂਗਰਸ ਦੀ ਲੀਡਰਸ਼ਿਪ ਦੇ ਵਿੱਚ, ਔਰ ਉਹ ਆਪਣੇ ਆਪ ਨੂੰ ਜਿਹੜਾ ਹੈ ਕਾਂਗਰਸ ਦੇ ਵਿੱਚ ਇਸੇ ਤਰੀਕੇ ਨਾਲ ਸਥਾਪਿਤ ਕਰੇਗਾ। ਪਰ ਮੈਨੂੰ ਲੱਗਦਾ ਕਿ ਨਵਜੋਤ ਕੌਰ ਸਿੱਧੂ ਨੇ ਜੋ ਕਿਹਾ, ਜੇ ਸਿੱਧੂ ਉਸ ਨੂੰ ਫੋਲੋ ਕਰ ਲੈਣ ਕਿ ਠੀਕ ਹੈ ਜੀ ਮੈਨੂੰ ਅਹੁਦਾ ਵੀ ਕੋਈ ਨਹੀਂ ਚਾਹੀਦਾ, ਮੈਂ ਐਮਐਲਏ ਹੀ ਰਹੂੰਗਾ, ਮੈਂ ਕੈਪਟਨ ਸਾਹਿਬ ਨਾਲ ਵੀ ਸਹਿਯੋਗ ਕਰੂੰਗਾ, ਮੈਂ ਕਾਂਗਰਸ ਲਈ ਕੰਮ ਵੀ ਕਰੂੰਗਾ, ਉਹ ਸਥਿਤੀ ਜ਼ਿਆਦਾ ਅੱਛੀ ਹੋਏਗੀ ਬਜਾਏ ਇਸ ਦੇ ਕਿ ਉਹ ਇਸ ਵੇਲੇ ਮਿਨਿਸਟਰ ਬਣਨ। ਜਾਂ ਤਾਂ ਫਿਰ ਮਿਨਿਸਟਰ ਬਣ ਕੇ ਇੱਕਦਮ ਕੀ ਉਹ ਇੰਨੀ ਜ਼ਰੂਰਤ ਕਰਨਗੇ ਕਿ ਜੋ ਉਸ ਮਿਨਿਸਟਰੀ ਦੇ ਵਿੱਚ ਹੁਣ ਤੱਕ ਪੁੱਠਾ ਸਿੱਧਾ ਹੋਇਆ, ਕਿਉਂਕਿ ਕਾਫੀ ਕੁਝ ਉਸ ਮਿਨਿਸਟਰੀ ਦੇ ਵਿੱਚ ਉਲਟ ਫੇਰ ਹੋਇਆ, ਬੜਾ ਕਰਪਸ਼ਨ ਦੇ ਬਹੁਤ ਬੜੇ ਚਾਰਜਸ ਨੇ। ਕੀ ਸਿੱਧੂ ਇੰਨੀ ਜ਼ਰੂਰਤ ਕਰਨਗੇ ਕਿ ਆਉਂਦਿਆਂ ਹੀ ਸਾਰ ਉਹਨਾਂ ਫਾਈਲਾਂ ਨੂੰ ਖੋਲ੍ਹ ਦੇਣਗੇ, ਲੋਕਾਂ ਦੇ ਸਾਹਮਣੇ ਰੱਖ ਦੇਣਗੇ ਕਿ ਦੇਖੋ ਮੈਂ ਨਹੀਂ ਸੀ, ਮੇਰੇ ਪਿੱਛੋਂ ਆਹ ਕੁਝ ਹੋਇਆ। ਜਿਹੜੇ ਚੇਤਾ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਮਾਮਲੇ ਦੇ ਵਿੱਚ ਡੀਐਸਪੀ ਇੱਕ ਬਲਵਿੰਦਰ ਸਿੰਘ ਸੇਖੋਂ ਨੇ, ਉਹ ਵੀ ਉਸੇ ਮਾਮਲੇ ਦੇ ਵਿੱਚ ਹੀ ਟੰਗੇ ਹੋਏ ਨੇ। ਹਾਂਜੀ, ਬਲਵਿੰਦਰ ਸਿੰਘ ਸੇਖੋਂ ਡੀਐਸਪੀ ਦਾ ਜਿਹੜਾ ਹੈ ਉਹਨਾਂ ਨੇ ਇਨਕੁਆਇਰੀ ਕੀਤੀ ਸੀ ਸਪਸ਼ਟ ਰੂਪ ਦੇ ਵਿੱਚ ਕਿਸ ਤਰੀਕੇ ਨਾਲ ਇੱਕ ਲੋਕਲ ਮਿਨਿਸਟਰ ਉਹਨਾਂ ਨੂੰ ਧਮਕੀ ਦੇ ਰਿਹਾ ਹੈਗਾ, ਔਰ ਉਹਦਾ ਜਿਹੜੀ ਸ਼ਮੂਲੀਅਤ ਹੈ ਇਸ ਗਵਰਨਮੈਂਟ ਨੇ ਕੁਝ ਨਹੀਂ ਕੀਤਾ। ਐਡੇ ਵੱਡੇ ਚਾਰजेस ਲੱਗੇ, ਹੋਰ ਬੜੇ ਚਾਰजेस ਲੱਗੇ ਹੈ। ਅਸੀਂ ਵੀ ਦੇਖਦੇ ਹਾਂ ਕਿ ਕਾਰਪੋਰੇਸ਼ਨਸ ਦੇ ਵਿੱਚ ਔਰ ਮਿਊਨਿਸਪਲ ਕਮੇਟੀਆਂ ਦੇ ਵਿੱਚ ਸਾਰੇ ਸਿੱਧੂ ਦਾ ਹੀ ਮਹਿਕਮਾ ਸੀ, ਕਾਨੂੰਨ ਤੋੜ ਕੇ ਸਾਰਾ। ਬਲਵਿੰਦਰ ਸਿੰਘ ਸੇਖੋਂ ਹਾਂਜੀ, ਉਹ ਲੁਧਿਆਣਾ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਡੀਐਸਪੀ ਸੀਗੇ। ਉਹਨਾਂ ਨੇ ਲਗਾਤਾਰ ਇਹ ਵੀ ਗੱਲ ਕਹਿੰਦੇ ਰਿਹਾ ਕਿ ਮੈਂ ਨਵਜੋਤ ਸਿੰਘ ਸਿੱਧੂ ਦੇ ਕਹਿਣ ਤੇ ਹੀ ਇਸ ਤਰੀਕੇ ਦੀ ਜਿਹੜੀ ਸਾਫ਼ ਸੁਥਰੀ ਜਿਹੜੀ ਉਹ ਕੰਟਰੋਵਰਸ਼ੀਅਲ ਕੰਸਟਰਕਸ਼ਨ ਹੋ ਰਹੀ ਸੀ ਮੈਨਰ ਹੋਮਸ ਵਾਲੀ, ਉਸ ਦੀ ਇਨਕੁਆਇਰੀ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਦੇ ਕਹਿਣ ਤੇ ਹੀ ਕੀਤੀ ਸੀ। ਡੀਐਸਪੀ ਮਿਊਨਿਸਪਲ ਕਾਰਪੋਰੇਸ਼ਨ ਸੀਗੇ ਉਸ ਵੇਲੇ, ਔਰ ਸਿੱਧੂ ਨੇ ਉਹਨਾਂ ਨੂੰ ਕਿਹਾ ਤੁਸੀਂ ਇਨਕੁਆਇਰੀ ਕਰੋ, ਔਰ ਉਹਨਾਂ ਨੇ ਇਨਕੁਆਇਰੀ ਕਮੇਟੀ ਦੀ ਰਿਪੋਰਟ ਜਿਹੜੀ ਬਣਾ ਕੇ ਸਬਮਿਟ ਕੀਤੀ, ਜੋ ਮੀਡੀਆ ਦੇ ਵਿੱਚ ਮੈਂ ਪੜ੍ਹਿਆ, ਤੇ ਉਸ ਤੇ ਕੋਈ ਜਾਂ ਤਾਂ ਫਿਰ ਆਉਂਦਿਆਂ ਸਿੱਧੂ ਉਸ ਤੇ ਐਕਸ਼ਨ ਲੈਣ। ਹੋਰ ਬਹੁਤ ਕੁਛ ਹੈ, ਇਹ ਸਾਰਾ ਡਿਪਾਰਟਮੈਂਟ ਜਿਹੜਾ ਹੈਗਾ ਇਟਸ ਅ ਡੈਨ ਆਫ ਕਰਪਸ਼ਨ। ਜਿਹੜੇ ਲੋਕਲ ਮਿਨਿਸਟਰ ਹੈ ਇਸ ਵੇਲੇ ਲੁਧਿਆਣੇ ਤੋਂ, ਭਾਰਤ ਭੂਸ਼ਣ ਆਸ਼ੂ, ਜਿਹੜੇ ਇਸ ਡਿਪਾਰਟਮੈਂਟ ਦੇ ਵਿੱਚ ਜਿਹਨਾਂ ਦੀ ਪੂਰੀ ਦਖਲਅੰਦਾਜ਼ੀ ਲੁਧਿਆਣੇ ਦੇ ਵਿੱਚ ਹੈ, ਖਾਸ ਤੌਰ ਤੇ ਕਾਰਪੋਰੇਸ਼ਨ, ਔਰ ਸਾਰਾ ਇੰਨਾ ਕੁਛ ਉਹਦੇ 'ਚ ਹੈ ਕਿ ਪੁੱਛੋ ਕੁਛ ਨਾ। ਇਟਸ ਅ ਟੋਟਲ ਡੈਨ ਆਫ ਕਰਪਸ਼ਨ। ਪੰਜਾਬ ਗਵਰਨਮੈਂਟ ਹੀ ਵੈਸੇ ਪੂਰੀ ਡੈਨ ਆਫ ਕਰਪਸ਼ਨ ਹੈਗੀ ਇਸ ਵੇਲੇ, ਔਰ ਕੱਲੀ ਪੰਜਾਬ ਗਵਰਨਮੈਂਟ, ਉਸ ਤੋਂ ਪਹਿਲਾਂ ਅਕਾਲੀਆਂ ਦਾ ਵੀ ਉਹੀ ਹਾਲ ਸੀ। ਪੰਜਾਬ ਨੂੰ ਮਾਰਿਆ ਕਿਹਨੇ, ਡੋਬਿਆ ਕਿਹਨੇ? ਕਰਪਸ਼ਨ ਨੇ। ਇਹ ਨਹੀਂ ਕਿ ਪੰਜਾਬ ਗਰੀਬ ਹੈ, ਪੰਜਾਬ ਜਿਹੜਾ ਹੈ ਉਹ ਕਰਪਸ਼ਨ ਨੇ ਮਾਰਿਆ। ਜਿਹੜਾ ਪੈਸਾ ਸਰਕਾਰੀ ਖਜ਼ਾਨੇ 'ਚ ਜਾਣਾ ਚਾਹੀਦਾ ਸੀਗਾ ਉਹ ਸਰਕਾਰੀ ਖਜ਼ਾਨੇ 'ਚ ਨਹੀਂ ਜਾ ਰਿਹਾ, ਉਹ ਮੁੱਖ ਮੰਤਰੀ ਤੇ ਮੰਤਰੀਆਂ ਦੀਆਂ ਜੇਬਾਂ 'ਚ ਜਾ ਰਿਹਾ, ਉਹਨਾਂ ਦੇ ਕੋਠੀਆਂ 'ਚ ਜਾ ਰਿਹਾ, ਉਹਨਾਂ ਦੇ ਜਿਹੜੇ ਏਡੇ ਵੱਡੇ ਮਹਿਲ ਬਣ ਰਹੇ ਉਹਨਾਂ 'ਚ ਜਾ ਰਿਹਾ, ਦਿੱਲੀ ਸਾਰਿਆਂ ਨੂੰ ਜਾ ਰਿਹਾ ਹੈਗਾ। ਇਹ ਤਾਂ ਤਰਾਸਦੀ ਹੈ, ਬਹੁਤ ਬੜੀ ਸਪਸ਼ਟ ਸਾਹਮਣੇ ਲੁੱਟ ਹੋ ਰਹੀ ਹੈ। ਰੇਤਾ ਬਜਰੀ ਮਾਫੀਆ ਸ਼ਰੇਆਮ ਪੰਜਾਬ ਨੂੰ ਲੁੱਟ ਰਿਹਾ, ਜਿਹੜਾ ਹੈ ਫੂਡ ਐਂਡ ਸਿਵਲ ਸਪਲਾਈਜ਼ ਏਡੇ ਵੱਡੇ ਕਪਲੇ ਹੋ ਗਏ। ਤਾਂ ਸਿੱਧੂ ਨੂੰ ਕਿਹੜਾ ਨਹੀਂ ਪਤਾ। ਸੋ ਫਿਰ ਵੀ ਸਿੱਧੂ ਸਰਕਾਰ ਦਾ ਹਿੱਸਾ ਬਣਨਾ ਚਾਹੁੰਦੇ ਹੈ ਜਦੋਂ ਬਿਲਕੁਲ ਐਟ ਦੀ ਫੈਗ ਐਂਡ, ਇਸ ਕਰਕੇ ਕਿਉਂਕਿ ਇਹ ਲੱਗਦਾ ਕਿ ਪਾਰਟੀ ਦੁਆਰਾ ਤੋਂ ਸੱਤਾ 'ਚ ਆ ਜਾਊਗੀ, ਹਾਲਾਤ ਇਹੋ ਜਿਹੇ ਬਣੇ ਹੋਏ ਹੈ ਤੇ ਸਿੱਧੂ ਦੀ ਮਰਜ਼ੀ ਹੈ, ਲੇਕਿਨ ਸਿਆਣਪ ਤਾਂ ਨਹੀਂ ਹੋਏਗੀ। ਜਿੱਥੇ ਆਪਾਂ ਨੂੰ ਝਾਕ ਇਹ ਹੈ ਕਿ ਹੋ ਸਕਦਾ ਕਿ ਨਵਜੋਤ ਸਿੰਘ ਸਿੱਧੂ ਨੂੰ ਪਹਿਲਾ ਮਹਿਕਮਾ ਮਿਲ ਸਕਦਾ ਹੈ, ਤਾਂ ਝਾਕ ਇਹ ਵੀ ਰੱਖਣੀ ਚਾਹੀਦੀ ਹੈ ਕਿ ਜਿਹੜੇ ਉਸ ਸਮੇਂ ਨਵਜੋਤ ਸਿੰਘ ਸਿੱਧੂ ਨੇ ਘਪਲੇ ਫੜੇ ਸੀ ਇਸ ਮਹਿਕਮੇ ਦੇ ਵਿੱਚ, ਕਿ ਆ ਕੇ ਉਹਨਾਂ ਨੂੰ ਉਸ ਅੰਜਾਮ ਤੇ ਲਿਜਾ ਪਾਉਣਗੇ, ਉਹ ਜਿਹੜੇ ਘਪਲੇ ਦੇ ਦੋਸ਼ੀ ਨੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਲਿਜਾ ਪਾਉਣਗੇ। ਇਹ ਵੀ ਝਾਕ ਰੱਖਣੀ ਤਾਂ ਜ਼ਰੂਰ ਬਣਦੀ ਹੈ। ਮੈਂ ਤਾਂ ਤੁਹਾਨੂੰ ਕਹਿ ਰਿਹਾ ਕਿ ਇਹ ਸਾਰਾ ਕੁਝ ਪਿਛਲੇ 2 ਸਾਲ ਜਦੋਂ ਉਹਨਾਂ ਨੇ ਜਿਹੜੀ ਹੈ ਇੱਕ ਕ੍ਰਿਮੀਨਲ ਸਾਇਲੈਂਸ ਅਡਾਪਟ ਕਰ ਰੱਖੀ, ਇੱਕ ਮੰਤਰੀ ਜਿਸ ਨੂੰ ਸਭ ਕੁਝ ਪਤਾ ਸੀ, ਜਿਹੜਾ ਸਰਕਾਰ ਦਾ ਹਿੱਸਾ ਰਿਹਾ, ਉਹ ਜੇ ਚੁੱਪ ਸੀ ਤਾਂ ਇਸ ਤੋਂ ਵੱਡਾ ਅਪਰਾਧ ਕੋਈ ਨਹੀਂ। ਇਟ ਵਾਸ ਅ ਕ੍ਰਿਮੀਨਲ ਸਾਇਲੈਂਸ, ਹੀ ਸ਼ੁੱਡ ਹੈਵ ਸਪੋਕਨ ਅਗੇਂਸਟ them। ਉਹ ਬੋਲਦਾ ਦੱਸਦਾ ਕਿ ਆਹ ਹੋਇਆ, ਇਸ ਕਰਕੇ ਮੈਨੂੰ ਕੈਪਟਨ ਨੇ ਕੱਢਿਆ।
ਤਾਂ ਲੋਕਾਂ 'ਚ ਹੋਰ ਵੱਡਾ ਹੀਰੋ ਬਣਦਾ ਉਹ। ਤੇ ਮੈਨੂੰ ਨਹੀਂ ਉਮੀਦ ਕਿ ਹੁਣ ਉਹ ਮੰਤਰੀ ਬਣ ਕੇ ਦੱਸਣੀ ਪਊਗੀ ਨਾ ਜਦੋਂ ਮੰਤਰੀ ਬਣ ਗਏ ਕਿ ਹੁਣ ਮੈਂ ਮੰਤਰੀ ਪਹਿਲਾਂ ਮੈਂ ਮੰਤਰੀ ਤੋਂ ਮੈਨੂੰ ਤਾਂ ਲਾਇਆ ਸੀ ਕਿ ਮੈਂ ਕੱਪੜੇ ਫੜੇ ਸੀ। ਨਹੀਂ ਉਹ ਮੈਨੂੰ ਕੀ ਉਹ ਇਹ ਵੀ ਦੱਸਣਗੇ ਉਹ ਮੰਤਰੀ ਬਣ ਗਏ। ਨਹੀਂ ਉਹ ਕੀ ਦੱਸਣਗੇ ਉਹ ਕਚੀਚੀਆਂ ਜੀਆਂ ਵੱਟ ਕੇ ਆਪਣੀ ਜਿਹੜਾ ਉਹ ਡਰਾਮਾਈ ਅੰਦਾਜ਼ ਦੇ ਵਿੱਚ ਆਪਣੀ ਪ੍ਰੈਜੈਂਟੇਸ਼ਨ ਦਿੰਦੇ ਆ ਉਹ ਕਰ ਦੇਣਗੇ, ਜਿਸ ਤਰ੍ਹਾਂ ਉਦੋਂ ਉਹਨਾਂ ਨੇ ਕੀਤੀ ਸੀ ਜਦੋਂ ਸੁਖਜਿੰਦਰ ਸਿੰਘ ਰੰਧਾਵੇ ਨੇ ਉਹਨਾਂ ਨੂੰ ਪਰਚੀ ਫੜਾਈ ਸੀਗੀ। ਉਹ ਵੇਲਾ ਸੀ, ਜੇ ਜ਼ਰੂਰਤ ਹੁੰਦੀ ਤਾਂ ਉਸ ਵੇਲੇ ਉਹ ਪੰਜਾਬ ਸਰਕਾਰ ਦੇ ਲੜਫੇ ਉਧੇੜ ਦਿੰਦਾ ਬੋਲ ਕੇ। ਉਹਨੂੰ ਮੌਕਾ ਮਿਲਿਆ ਸੀ ਰਾਹੁਲ ਗਾਂਧੀ ਦੀ ਪ੍ਰੈਜ਼ੈਂਸ ਕਿ ਰਾਹੁਲ ਜੀ ਆਹ ਕੁਛ ਇੱਥੇ ਹੋ ਰਿਹਾ ਹੈਗਾ। ਹੀ ਡਿਡਨਟ ਸਪੀਕ। ਹੁਣ ਵੀ ਟਵੀਟ ਕਰਕੇ ਉਹ ਕਹਿ ਰਿਹਾ ਕਿ ਜਦੋਂ ਤਾਂ ਇਸ ਚੀਜ਼ ਦੀ ਉਹਨਾਂ ਨੂੰ ਲੋੜ ਹੁੰਦੀ ਹੈ ਕਿ ਨਹੀਂ ਜੀ ਹਮੇ ਜਿਹੜਾ ਹੈ ਸੰਸਕਾਰ ਬਣਾਏ ਰੱਖਣੇ, ਉਦੋਂ ਸੰਸਕਾਰ ਕਿੱਥੇ ਜਾਂਦੇ ਆ ਸਿੱਧੂ ਦੇ? ਜਦੋਂ ਸਿੱਧੂ ਸ਼ਰੇਆਮ ਬੋਲਦਾ ਇਹਨਾਂ ਦੇ ਖਿਲਾਫ, ਜਦੋਂ ਇਹ ਜਿਹੜੀਆਂ ਗੱਲਾਂ ਕਰਦਾ, ਉਦੋਂ ਸੰਸਕਾਰ ਕਿੱਥੇ ਜਾਂਦੇ ਆ? ਸੋ ਇਹ ਸਾਰੀ ਜਿਹੜੀ ਹੈਗੀ ਪੋਲੀਟੀਕਲ ਐਕਸਪੀਡੀਐਂਸੀ ਹੈ, ਇੱਕ ਰਾਜਨੀਤਿਕ ਮੌਕਾ ਪ੍ਰਸਤੀ ਹੈ। ਫਿਰ ਵੀ ਚਲੋ ਮੈਂ ਇੰਨਾ ਨਹੀਂ ਕਹਿਣਾ ਚਾਹੁੰਦਾ, ਸਿੱਧੂ ਦੀ ਲੋਕਾਂ ਨੂੰ ਹਜੇ ਵੀ ਲੋਕਾਂ ਨੂੰ ਬੜੀ ਉਮੀਦ ਹੈ ਤੇ ਜੇ ਆਉਂਦੇ ਆ ਚਲੋ ਲੈਟ ਅਸ ਸੀ, ਇਹ ਵੀ ਦੇਖ ਲਈਏ ਬੰਦਾ ਹੈ ਸਿਆਸਤ ਦੇ ਵਿੱਚ ਜਿਹੜਾ ਆ ਕੇ ਕੁਛ ਨਾ ਕੁਛ ਬਦਲ। ਹਾਂ ਇਹ ਵੀ ਦੇਖ ਲਈਏ ਚਲੋ। ਇਹ ਜਿਹੜਾ ਇੰਨੇ ਸਾਲਾਂ ਤੋਂ ਇੱਕ ਸਾਡੇ ਅੱਗੇ ਜਿਹੜਾ ਇੱਕ ਮੋਜਜ਼ਾ ਬਣਿਆ ਹੋਇਆ ਕਿ ਸਿੱਧੂ ਆਊਗਾ ਪਤਾ ਨਹੀਂ ਕੀ ਕਰ ਦਊਗਾ, ਉਹ ਵੀ ਦੇਖ ਲਈਏ ਕਿ ਸਿੱਧੂ ਪਾਵਰਫੁਲ ਸਾਬਤ ਹੁੰਦਾ ਕਿ ਜਾਂ ਇਹ ਜਿਹੜੀ ਕਰਪਟ ਸਿਸਟਮ ਹੈ ਜਿਹਦੇ ਵਿੱਚ ਉਹਨੇ ਆਪਰੇਟ ਕਰਨਾ ਉਹ ਪਾਵਰਫੁਲ ਸਾਬਤ ਹੁੰਦਾ। ਕੀ ਸਿੱਧੂ ਸਿਸਟਮ ਨੂੰ ਠੀਕ ਕਰੇਗਾ ਕਿ ਜਾਂ ਸਿਸਟਮ ਹੀ ਸਿੱਧੂ ਨੂੰ ਠੀਕ ਕਰ ਦੇਗਾ, ਇਹ ਵੀ ਆਪਾਂ ਦੇਖ ਲਈਏ। ਸੋ ਲੈਟ ਦਾ ਪੀਪਲ ਵਾਚ, ਕੁਝ ਦਿਨਾਂ ਦੇ ਵਿੱਚ ਹੀ ਲੱਗ ਜਾਊਗਾ ਪਤਾ। ਤਾਂ ਇਹ ਵੀ ਹਾਲੇ ਜਿਹੜੀ ਅੱਜ ਮੀਟਿੰਗ ਹੋਈ ਹੈ ਇਹਦੇ ਬਾਰੇ ਵੀ ਜੇਕਰ ਇਹ ਵੀ ਦੇਖਣਾ ਬਾਕੀ ਹੈ ਕਿ ਨਵਜੋਤ ਸਿੰਘ ਸਿੱਧੂ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਜਾਂ ਕੋਈ ਉਹਨਾਂ ਦਾ ਕਰੀਬੀ ਹੈ ਜਿਹੜਾ ਕੋਈ ਅਧਿਕਾਰਤ ਪੁਸ਼ਟੀ ਕਰੇ ਕਿ ਇਹਦੇ ਵਿੱਚ ਕੀ ਕੁਝ ਗੱਲਬਾਤ ਹੋਈ ਹੈ ਤੇ ਕੀ ਕੁਝ ਅੱਗੇ। ਕੋਈ ਵੀ ਅਧਿਕਾਰਤ ਪੁਸ਼ਟੀ ਨਹੀਂ ਕਰੇਗਾ ਕਿਉਂਕਿ ਉੱਥੇ ਦੋਨੇ ਜਾਣੇ ਸੀਗੇ। ਜੋ ਕੁਝ ਟਵੀਟ ਕੀਤਾ ਇਹਨਾਂ ਨੇ ਕਰ ਦਿੱਤਾ। ਕੈਪਟਨ ਅਮਰਿੰਦਰ ਸਿੰਘ ਵੱਲੋਂ ਕੁਝ ਨਹੀਂ ਆਏਗਾ। ਉਹ ਜੇ ਇਹਨੂੰ ਲੈਣਾ ਹੋਇਆ ਕੈਬਨਿਟ ਦੇ ਵਿੱਚ ਤਾਂ ਕੁਝ ਦਿਨਾਂ ਬਾਅਦ, 1 ਜਾਂ 2 ਦਿਨਾਂ ਬਾਅਦ ਜਾਂ 3 ਦਿਨਾਂ ਬਾਅਦ ਇੱਕ ਨੋਟੀਫਿਕੇਸ਼ਨ ਆ ਜਾਏ ਕਿ ਸਿੱਧੂ ਇਜ਼ ਬੀਇੰਗ ਇੰਡਕਟਡ ਐਜ਼ ਕੈਬਨਿਟ ਮਿਨਿਸਟਰ। 1-2 ਹੋਰ ਵੀ ਸ਼ਾਇਦ ਮੰਤਰੀ ਲਏ ਜਾਣਗੇ, ਇੱਕ ਅੱਧੇ ਨੂੰ ਸ਼ਾਇਦ ਨੂੰ ਕਿਸੇ ਨੂੰ ਬਦਲਿਆ ਵੀ ਜਾਏਗਾ। ਕਾਫੀ ਲੰਬੇ ਸਮੇਂ ਤੋਂ ਇਹ ਕਿਆਸ ਰਾਈਆਂ ਲੱਗ ਰਹੀਆਂ। ਜੇ ਕਰਨਾ ਹੋਇਆ ਤਾਂ ਇਹ ਹੋਊਗਾ, ਉਸ ਤੋਂ ਪਹਿਲਾਂ ਕੁਝ ਨਹੀਂ ਹੋਊਗਾ। ਸੁਖਵਿੰਦਰ, ਆਪਾਂ ਜਦੋਂ ਬੋਲਦੇ ਹਾਂ, ਮੈਂ ਐਜ਼ ਐਨਾਲਿਸਟ ਬੋਲਦਾ, ਮੈਂ ਸਿੱਧੂ ਦੀ ਰਾਜਨੀਤੀ ਦਾ ਕਈ ਵਾਰੀ ਕ੍ਰਿਟਿਸਿਜ਼ਮ ਕਰਦਾ। ਮੈਂ ਫਿਰ ਤੋਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿਉਂਕਿ ਦਰਸ਼ਕ ਕਈ ਵਾਰੀ ਰਿਐਕਟ ਕਰਦੇ, ਸਿੱਧੂ ਦੇ ਬੜੇ ਬਲਾਈਂਡ ਭਗਤ ਹੈਗੇ, ਜਿੱਦਾਂ ਮੋਦੀ ਦੇ ਅੰਧ ਭਗਤ ਹੈ, ਸਿੱਧੂ ਦੇ ਵੀ ਬੜੇ ਅੰਧ ਭਗਤ ਜਿਹੜੇ ਹੈਗੇ ਹੈ। ਸੋ ਮੇਰਾ ਸਿੱਧੂ ਨਾਲ ਕੋਈ ਲਾਗ ਡਾਟ ਨਹੀਂ ਹੈ। ਆਈ ਵਿਸ਼ ਹਿਮ ਆਲ ਦਾ ਬੈਸਟ। ਬਹੁਤ ਅੱਛਾ ਇਨਸਾਨ ਵੀ ਹੈ ਕਈ ਗੱਲਾਂ ਦੇ ਵਿੱਚ ਉਹ, ਤੇ ਪਰ ਮੇਰੀ ਸਿਰਫ ਇੰਨੀ ਗੱਲ ਹੁੰਦੀ ਹੈ ਕਿ ਰੱਬ ਨੇ ਉਹਨੂੰ ਸਾਰਾ ਕੁਝ ਦਿੱਤਾ, ਉਹਨੂੰ ਕੋਈ ਪੈਸੇ ਦੀ ਕਮੀ ਨਹੀਂ, ਉਹਨੂੰ ਦੁਨੀਆ ਜਿਹੜੀ ਹੈ ਉਹਨੂੰ ਮੱਥੇ ਤੇ ਚੱਕਦੀ ਹੈ। ਹੀ ਸ਼ੁੱਡ ਡਿਲੀਵਰ। ਉਹ ਜੁਰਤ ਦੇ ਨਾਲ ਆਵੇ ਤੇ ਇਹਨਾਂ ਨੂੰ ਨੰਗਿਆਂ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰਨਾ ਚਾਹੀਦਾ। ਹਾਂ ਬਿਲਕੁਲ। ਤੇ ਜੇ ਅਸੀਂ ਉਹਦੇ ਨਾਲ ਹੋਵਾਂਗੇ, ਬਿਲਕੁਲ ਨਾਲ ਹੋਵਾਂਗੇ। ਪੰਜਾਬ ਨੂੰ ਲੋੜ ਹੈ ਇਸ ਵੇਲੇ। ਜੇ ਉਹ ਆਪਣੇ ਆਪ ਨੂੰ ਗੁਰੂ ਦਾ ਸਿੱਖ ਸਾਰਾ ਕੁਝ, ਕੋਈ ਸ਼ੱਕ ਨਹੀਂ ਹੈ ਕਿ ਜੇ ਇੱਕ ਬੰਦਾ ਦੇਖਣਾ ਹੋਵੇ ਇਮਾਨਦਾਰ, ਜਿਹਦੀ ਛਵੀ ਹੋਵੇ, ਸਾਫ਼ ਸੁਥਰੀ ਛਵੀ ਹੋਵੇ, ਤਾਂ ਸਭ ਤੋਂ ਪਹਿਲਾ ਨਾਮ ਨਵਜੋਤ ਸਿੰਘ ਸਿੱਧੂ ਦਾ ਹੀ ਆਉਂਦਾ। ਸੁਖਵਿੰਦਰ, ਇਮਾਨਦਾਰੀ ਜਿਹੜੀ ਹੈ ਉਹਦੀ ਵੈਲਿਊ ਤਾਂ ਹੀ ਹੈ ਜੇ ਉਹਦੇ ਨਾਲ ਤੁਹਾਡੇ 'ਚ ਨਿਡਰਤਾ ਵੀ ਹੈਗੀ ਹੈ, ਜੇ ਜੁਰਤ ਵੀ ਹੈਗੀ ਹੈ। ਇਮਾਨਦਾਰੀ ਤੇ ਨਾਲ ਡਰਨਾ ਤੇ ਮੈਂ ਨਾਲ ਕੁਝ ਕਰਨਾ ਵੀ ਨਹੀਂ ਤੇ ਆਪਣੀ ਜਿਹੜੀ ਹੈਗੀ ਪੋਲੀਟਿਕਸ ਨੂੰ ਵੀ ਦੇਖਣਾ, ਉਸ ਇਮਾਨਦਾਰੀ ਦਾ ਕੋਈ ਫਾਇਦਾ ਨਹੀਂ। ਇਮਾਨਦਾਰੀ ਦੀ ਵਾਕਈ ਵੀ ਬੜੀ ਲੋੜ ਹੈ, ਪਰ ਕੱਲੀ ਇਮਾਨਦਾਰੀ ਨਹੀਂ ਚਾਹੀਦੀ, ਨਾਲ ਜੁਰਤ ਵੀ ਚਾਹੀਦੀ ਹੈ। ਉਹ ਜੁਰਤ ਜਿਹੜੀ ਹੈ ਜੇ ਸਿੱਧੂ ਸਾਹਿਬ ਦਿਖਾ ਦੇਣਗੇ ਤਾਂ ਜ਼ਮਾਨਾ ਉਹਨਾਂ ਨੂੰ ਸਲਾਮ ਕਰੇਗਾ, ਆਉਣ ਵਾਲੀਆਂ ਪੀੜ੍ਹੀਆਂ ਪੁਸ਼ਤਾਂ ਸਲਾਮ ਕਰਨਗੀਆਂ ਕਿ ਇਹ ਡੁੱਬਦੇ ਪੰਜਾਬ ਨੂੰ ਜਿਹੜਾ ਹੈ ਸਿੱਧੂ ਤੇ ਵਾਕਈ ਅਸੀਂ ਕਵਾਂਗੇ ਕਿ ਹਾਂ ਗੁਰੂ ਦੀ ਕਿਰਪਾ ਹੋਈ, ਸਿੱਧੂ ਨੂੰ ਭੇਜਿਆ ਗਿਆ, ਸਿੱਧੂ ਨੇ ਪੰਜਾਬ ਦਾ ਪੱਲਾ ਫੜਿਆ। ਤੇ ਜੇ ਉਹੋ ਜਿਹੀ ਰਾਜਨੀਤੀ ਕਰਨੀ ਆ ਕੇ ਫਿਰ ਇਹ ਕਹਿਣਾ ਮੈਨੂੰ ਕਰਨ ਕੁਝ ਨਹੀਂ ਦਿੱਤਾ, ਮੇਰੇ ਕੋਲ ਸਮਾਂ ਕੁਝ ਨਹੀਂ ਸੀਗਾ, ਮੈਨੂੰ ਜਿਹੜਾ ਹੈਗਾ ਅਧਿਕਾਰ ਕੋਈ ਨਹੀਂ ਸੀ, ਤੇ ਫਿਰ ਕਹਾਣੀ ਉਹੀ ਹੈ ਜਿਹੜੀ ਪਹਿਲਾਂ ਵੀ ਹੁੰਦੀ ਹੈ। ਸੋ ਇਹ ਸਾਰੀ ਕਹਾਣੀ ਹੈ ਸਿੱਧੂ ਜੀ। ਤਾਂ ਨਵਜੋਤ ਸਿੰਘ ਸਿੱਧੂ ਨੇ ਜੋ ਕੁਝ ਮੀਟਿੰਗ ਤੋਂ ਬਾਅਦ ਬਾਹਰ ਆ ਕੇ ਬੋਲਣਾ ਸੀ ਉਹ ਬੋਲ ਦਿੱਤਾ ਹੈ ਤੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਪਤਾ ਲੱਗ ਜੂਗਾ ਕਿ ਇਸ ਸਹੀ ਮਾਇਨੇ ਦੇ ਵਿੱਚ ਇਸ ਮੀਟਿੰਗ ਦਾ ਜਿਹੜਾ ਉਹ ਕੀ ਰਿਜ਼ਲਟ ਰਿਹਾ ਹੈ।